मैं परमेश्वर ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸਨੇ ਫਿਰ ਇਸ ਧਰਤੀ ਉੱਤੇ ਮੈਨੂੰ ਇੱਕ ਨਵਾਂ ਦਿਨ ਦਿੱਤਾ ਹੈ। And I'm thankful to the Lord, He has given a new morning in this day. ਔਰ ਇਸ ਨਵੇਂ ਦਿਨ ਦੇ ਅੰਦਰ ਮੈਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। And in this new day, I'm trying to do something new. ਹਰ ਇੱਕ ਦਿਨ ਪਰਮੇਸ਼ਵਰ ਨੇ ਜੋ ਸਾਨੂੰ ਬਖਸ਼ ਦਿੱਤਾ ਹੈ, Every day that God has allotted unto us, ਪਰਮੇਸ਼ਵਰ ਚਾਹੁੰਦੇ ਨੇ ਇਸ ਹਰ ਨਵੇਂ ਦਿਨ ਦੇ ਵਿੱਚ ਤੁਸੀਂ ਕੁਝ ਨਵਾਂ ਕਰੋ। God wants that we do in this new day the newness of life. ਤੇ ਆਪਣੇ ਜਿਹੜੇ ਪਲਾਨ ਆ ਉਹਨਾਂ ਨੂੰ ਵੱਡੇ ਕਰੋ। And extend your plans. ਵੱਡਾ ਸੋਚੋ। Think big. ਜਦ ਤੁਹਾਡਾ ਪਰਮੇਸ਼ਵਰ ਵੱਡਾ ਹੈ When you God is so great, ਔਰ ਤੁਸੀਂ ਆਪਣੇ ਪਲਾਨ ਛੋਟੇ ਨਾ ਰੱਖੋ, do not keep your plans small. ਆਪਣੀ ਹੱਦ ਵਧਾ ਕੇ ਰੱਖੋ। And keep your barriers extended one. ਜਦ ਤੁਸੀਂ ਆਪਣੀਆਂ ਹੱਦਾਂ ਨੂੰ ਵੱਡਾ ਕਰੋਗੇ, When your boundaries shall be extended, ਉਹਦੇ ਲਈ ਤੁਹਾਨੂੰ ਚਾਹੀਦੀ ਹੈ ਪ੍ਰਾਰਥਨਾ, you need prayer for that. ਉਹਦੇ ਲਈ ਚਾਹੀਦਾ ਤੁਹਾਨੂੰ ਫਾਸਟਿੰਗ, You need fasting for that. ਉਹਦੇ ਲਈ ਤੁਹਾਨੂੰ ਚਾਹੀਦਾ ਹੈ ਪਰਮੇਸ਼ਵਰ ਦਾ ਵਚਨ। And you need the word of God for that. ਜਦੋਂ ਤੁਹਾਡੇ ਕੋਲ ਪ੍ਰਾਰਥਨਾ ਨਹੀਂ ਹੈ, ਵਰਤ ਨਹੀਂ ਹੈ ਤੇ ਵਚਨ ਨਹੀਂ ਹੈ, When you do not have the prayer, no word, no fasting, ਤੁਸੀਂ ਆਪਣੀਆਂ ਹੱਦਾਂ ਨੂੰ ਛੋਟੇ ਹੁੰਦੇ ਦੇਖੋਗੇ। you can see your boundaries coming close. ਅਗਰ ਤੁਹਾਡੇ ਕੋਲ ਹੈ ਤੁਹਾਡਾ ਪਰਮੇਸ਼ਵਰ ਦਾ ਦਿੱਤਾ ਹੋਇਆ ਕਲਾਮ, ਪ੍ਰਾਰਥਨਾ ਤੇ ਵਰਤ, ਤੇ ਤੁਸੀਂ ਆਪਣੀਆਂ ਹੱਦਾਂ ਨੂੰ ਵਧਦੇ ਹੋਏ ਦੇਖੋਗੇ। If you have the word of God, you have the fasting and prayer, then you shall see your boundaries going out. ਕਦੇ ਵੀ ਤੁਸੀਂ ਵੱਧ ਨਹੀਂ ਸਕਦੇ ਜੇ ਤੁਸੀਂ ਆਪਣੇ ਦਿਮਾਗ ਦੇ ਵਿੱਚ ਚੰਗੀਆਂ ਸੋਚਾਂ ਨੂੰ ਪੈਦਾ ਨਹੀਂ ਕਰਦੇ। You can never grow if you do not have the good thoughts in your mind. ਅਗਰ ਤੁਸੀਂ ਜਿੱਤਣਾ ਚਾਹੁੰਦੇ ਹੋ And if you want to victorious, ਪਰ ਤੁਹਾਡੇ ਦਿਮਾਗ ਦੇ ਅੰਦਰ ਨਕਾਰਾਤਮਕ ਸੋਚਾਂ ਨੇ, and you have negative thoughts in your mind, ਤੁਸੀਂ ਹਾਰੀਆਂ ਹੋਈਆਂ ਸੋਚਾਂ ਦੇ ਨਾਲ ਬੈਠੇ ਹੋ you are sitting with the defeated ਪ੍ਰਭੂ thoughts ਦੀ ਹਜ਼ੂਰੀ ਦੇ ਅੰਦਰ in the presence of ਔਰ God, ਜਿੱਤਣ ਦੀਆਂ ਪ੍ਰਾਰਥਨਾ ਕਰ ਰਹੇ ਹੋ, praying for victory. ਤੁਸੀਂ ਕਦੇ ਜਿੱਤ ਨਹੀਂ ਸਕਦੇ You won't be able to win. ਕਿਉਂਕਿ ਤੁਸੀਂ ਅੰਦਰੋਂ ਇੰਨੇ ਕਮਜ਼ੋਰ ਹੋ। You are so weak from inside. ਆਤਮਿਕ ਤਰੀਕੇ ਦੇ ਨਾਲ ਤੁਹਾਡੇ ਜੀਵਨ ਦੇ ਅੰਦਰ ਪਰਮੇਸ਼ਵਰ ਦਾ ਵਚਨ ਨਹੀਂ ਹੈ। In the spiritual, no word of God is inside of you. ਮੈਂ ਇਹ ਵਿਸ਼ਵਾਸ ਕਰਦਾ ਹਾਂ And I do believe, ਅਗਰ ਤੁਸੀਂ ਅੱਜ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਜੀਵਨ ਦੇ ਅੰਦਰ ਜਗ੍ਹਾ ਦਿਓ if you give place to the word of God inside ਤਾਂ of your ਤੁਸੀਂ life, ਆਪਣੇ ਜੀਵਨ ਦੇ ਅੰਦਰ ਜਿੱਤ ਪ੍ਰਾਪਤ ਕਰੋਗੇ। you shall win in your life. ਬਿਮਾਰੀ ਉਹਨਾਂ ਚੱਕਰ ਹੈ ਜਿੰਨਾ ਚੱਕਰ ਵਚਨ ਨਹੀਂ ਹੈ। Sickness is till the time word is ਬੇਰੁਜ਼ਗਾਰੀ ਉਹਨਾਂ ਚੱਕਰ ਹੈ ਜਿੰਨਾ ਚੱਕਰ ਪ੍ਰਭੂ ਦਾ ਵਚਨ ਨਹੀਂ not. You ਹੈ। do not have prosperity till the time word is not there. ਕਰਜ਼ਾ ਉਹਨਾਂ ਚੱਕਰ ਹੈ ਜਿੰਨਾ ਚੱਕਰ ਤੁਹਾਡੇ ਅੰਦਰ ਵਚਨ ਨਹੀਂ ਹੈ। That is only then when do not have word. ਹਾਰ ਉਹਨਾਂ ਚੱਕਰ ਹੈ ਜਿੰਨਾ ਚੱਕਰ ਤੁਹਾਡੇ ਕੋਲ ਵਚਨ ਨਹੀਂ ਹੈ। Defeat is only when there is no word. ਮੁਸੀਬਤਾਂ ਉਹਨਾਂ ਚੱਕਰ ਹੈ ਜਿੰਨਾ ਚੱਕਰ ਤੁਸੀਂ ਪਰਮੇਸ਼ਵਰ ਦੇ ਪਲਾਨ ਨੂੰ ਨਹੀਂ ਸਮਝਦੇ। The troubles will remain till the time you do not understand the plan of God. ਜਦੋਂ ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਆਪਣੀ ਕਿਰਪਾ ਦੇ ਵਿੱਚ ਲੈ ਕੇ ਆਂਦਾ, When God brought the Israelites into His ਉਹਨਾਂ ਨੂੰ grace ਗੁਲਾਮੀ ਚੋਂ ਆਜ਼ਾਦ ਕੀਤਾ, and delivered them from the slavery, ਫਿਰ ਵੀ ਪਵਿੱਤਰ ਵਚਨ ਦੱਸਦਾ ਹੈ ਕਿ ਉਹ 40 ਸਾਲ ਜੰਗਲਾਂ ਦੇ ਵਿੱਚ ਭਟਕਦੇ ਰਹੇ। till the word of God says they roamed in the wilderness for 40 years. ਪਰਮੇਸ਼ਵਰ ਦਾ ਕੋਈ ਵੀ ਪਲਾਨ ਨਹੀਂ ਸੀਗਾ ਕਿ ਉਹ 40 ਸਾਲ ਜੰਗਲਾਂ ਵਿੱਚ ਭਟਕਦੇ ਰਹਿਣ। It was not the will of God that they should roam in the wilderness for 40 years. ਪਰਮੇਸ਼ਵਰ ਨੇ ਇਹ ਪਲਾਨ ਮੂਸਾ ਦੇ ਉੱਤੇ ਪ੍ਰਗਟ ਨਹੀਂ ਕੀਤਾ ਸੀ। God did not reveal it unto the Moses. ਬਾਕੀ ਸਾਰੇ ਪਲਾਨ ਪਰਮੇਸ਼ਵਰ ਨੇ ਮੂਸਾ ਦੇ ਉੱਤੇ ਪ੍ਰਗਟ ਕੀਤੇ ਸਨ। Rest all of the plans were revealed unto Moses. ਅੱਜ ਵੀ ਪਰਮੇਸ਼ਵਰ ਦਾ ਵਚਨ ਇਹੋ ਜਿਹਾ ਕੋਈ ਵੀ ਭੇਤ ਪਲਾਨ ਪ੍ਰਗਟ ਨਹੀਂ ਕਰਦਾ ਕਿ ਤੁਸੀਂ ਦੁੱਖਾਂ ਤੇ ਮੁਸੀਬਤਾਂ ਵਿੱਚ ਮਰ ਜਾਓ। God's plan doesn't reveal that you go into the sickness and the troubles. ਪਰਮੇਸ਼ਵਰ ਚਾਹੁੰਦੇ ਨੇ ਕਿ ਤੁਸੀਂ ਉਕਾਬ ਦੀ ਤਰ੍ਹਾਂ ਉਚਾਈਆਂ ਤੇ ਉੱਡਣਾ ਸ਼ੁਰੂ ਕਰ ਦਿਓ। It is the will of God that you fly high like eagles. ਉਹਦੇ ਲਈ ਤੁਹਾਨੂੰ ਚਾਹੀਦਾ ਹੈ ਮੁੱਢਲੇ ਸਿਧਾਂਤਕ ਤੌਰ ਤੇ ਪਛਤਾਪ। And basic foundation what you need is to repent. ਪਛਤਾਪ ਬਹੁਤ ਜ਼ਰੂਰੀ ਹੈ। Repentance is very important. ਅਗਰ ਤੁਸੀਂ ਪਛਤਾਪ ਨਹੀਂ ਕਰ ਰਹੇ If you're not repenting, ਪਰ ਯਿਸੂ ਦੇ ਪਿੱਛੇ ਚੱਲ ਰਹੇ ਹੋ, but you're following Jesus, ਤੁਸੀਂ ਵਿਜ਼ਟਰ ਹੋ, or you are just a visitor, ਤੁਸੀਂ ਇੱਕ ਭੀੜ ਦੀ ਤਰ੍ਹਾਂ ਹੋ। you are a stranger, a crowd. ਪਰ ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਭੀੜ ਦੀ ਤਰ੍ਹਾਂ ਨਾ ਹੋ ਕੇ God doesn't want you to be a stranger. ਇੱਕ ਚੰਗੇ ਵਿਸ਼ਵਾਸੀਆਂ ਦੀ ਤਰ੍ਹਾਂ ਆਓ। That you come like a good believer. ਪਰਮੇਸ਼ਵਰ ਦੀ ਆਸ਼ੀਸ਼ ਤੁਹਾਡੇ ਲਈ ਹੈ। The blessing of God is
advanced for you. ਇਸ ਧਰਤੀ ਤੇ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ Not a single person on this world ਜਿਹਦੇ ਜੀਵਨ ਦੇ ਅੰਦਰ ਪਰਮੇਸ਼ਵਰ ਦੀ ਯੋਜਨਾ ਨਹੀਂ ਹੈ in whose life God doesn't have a will. ਕੋਈ ਵੀ ਵਿਅਕਤੀ ਬਗੈਰ ਯੋਜਨਾ ਤੋਂ ਨਹੀਂ ਹੈ No person is ਕੋਈ without ਵੀ a ਔਰਤ ਬਗੈਰ ਯੋਜਨਾ ਤੋਂ ਨਹੀਂ No ਹੈ woman is without the will ਕੋਈ of God. ਨੌਜਵਾਨ ਬਗੈਰ ਯੋਜਨਾ ਤੋਂ ਨਹੀਂ ਹੈ No youth is without the will of ਕੋਈ God. ਬਜ਼ੁਰਗ ਬਗੈਰ ਯੋਜਨਾ ਤੋਂ ਨਹੀਂ ਹੈ No elder is without the will of God. ਖਾਸ ਕਰਕੇ ਆਤਮਿਕ ਦੁਨੀਆ ਦੇ ਅੰਦਰ ਤੁਹਾਡੇ ਲਈ ਇੱਕ ਯੋਜਨਾ ਬਣਾਈ ਗਈ And ਹੈ especially in the spiritual world, a plan is built for you. ਪਰ ਤੁਸੀਂ ਉਸ ਯੋਜਨਾ ਨੂੰ ਲੈਣ ਦੇ ਲਈ ਤਿਆਰ ਨਹੀਂ ਹੈ But you're not ready to receive that plan. ਇੱਕ ਵਾਰ ਯੀਸ਼ੂ ਮਸੀਹ ਯਹੂਦੀਆਂ ਦੇ ਵਿੱਚ ਪ੍ਰਚਾਰ ਕਰ ਰਹੇ ਸਨ Jesus was preaching in the Israelites. ਯਹੂਦੀ ਫਰੀਸੀ ਗ੍ਰੰਥੀ ਜਾਜਕ ਸਾਰੇ ਇਕੱਠੇ ਹੋ ਕੇ Israelites and priests and Pharisees and Sadducees were gathered together. ਹਮੇਸ਼ਾ ਯੀਸ਼ੂ ਦੀ ਆਲੋਚਨਾ ਕਰਦੇ ਰਹਿੰਦੇ They ਸਨ were always coming against Jesus. ਹਰ ਥਾਂ ਤੇ ਯੀਸ਼ੂ ਦੇ ਨਾਲ ਸਿੱਧਾ ਟਾਕਰਾ ਹੁੰਦਾ ਸੀ They used to come straight way against Jesus. ਪਰ ਉਹ ਲੋਕਾਂ ਤੋਂ ਡਰਦੇ ਪ੍ਰਭੂ ਯੀਸ਼ੂ ਦੇ ਸਾਹਮਣੇ ਲੰਬਾ ਸਮਾਂ ਨਹੀਂ ਠਹਿਰਦੇ ਸਨ Fearing the people, they could not stay for a long time against Jesus. ਕਿਉਂਕਿ ਪ੍ਰਭੂ ਯੀਸ਼ੂ ਮਸੀਹ ਦੇ ਸ਼ਬਦਾਂ ਦੇ ਵਿੱਚ ਇੰਨੀ ਤਾਕਤ ਸੀ For Jesus' words have such a power. ਯੀਸ਼ੂ ਮਸੀਹ ਦੇ ਸ਼ਬਦ ਇੰਨੇ ਪਾਵਰਫੁਲ ਸਨ Jesus Christ's words had immense power. ਯੀਸ਼ੂ ਮਸੀਹ ਦੇ ਸ਼ਬਦ ਦੇ ਨਾਲ ਮੁਰਦੇ ਜਿੰਦਾ ਹੋ ਰਹੇ ਸਨ And by the word of Jesus, the dead were raised. ਉਹਦੇ ਸ਼ਬਦ ਦੇ ਨਾਲ ਕੋੜੀ ਚੰਗੇ ਹੋ ਰਹੇ ਸਨ The lepers were cleansed. ਪਰ ਉਹ ਦਿਖਾਉਂਦੇ ਸੀ ਕਿ ਉਹ ਯੀਸ਼ੂ ਨਾਲੋਂ ਵੱਧ ਧਰਮੀ ਆ They were portraying as if they are more righteous than Jesus. ਪਰ ਉਹਨਾਂ ਦੇ ਦੁਆਰਾ ਕੋਈ ਵੀ ਉਸ ਜਗ੍ਹਾ ਦੇ ਉੱਤੇ ਮਿਰਕਲ ਚਮਤਕਾਰ ਚਿੰਨ ਨਹੀਂ ਹੋ ਰਿਹਾ ਸੀ No miracle and the healing was taking place by them. ਉਹ ਹਰ ਗੱਲ ਤੇ ਯੀਸ਼ੂ ਨੂੰ ਨੋਕ ਝੋਕ ਕਰ ਰਹੇ They ਸਨ were just commenting on Jesus in everything. ਉਹ ਕਹਿ ਰਹੇ ਸਨ ਤੇਰੇ ਚੇਲੇ ਬਗੈਰ ਹੱਥ ਧੋਤੇ ਰੋਟੀ ਖਾ ਰਹੇ ਹਨ They were saying without washing hands they eat the food. ਉਹ ਚੇਲਿਆਂ ਨੂੰ ਕਹਿ ਰਹੇ ਸਨ ਕਿ ਤੁਸੀਂ ਸ਼ੁੱਧਤਾ ਨਹੀਂ ਬਣਾ ਕੇ ਰੱਖਦੇ They were telling to disciples, you do not be coming in cleanliness. ਉਹ ਹਰ ਵਕਤ ਪ੍ਰਭੂ ਯੀਸ਼ੂ ਨੂੰ ਟਾਰਗੇਟ ਕਰ ਰਹੇ ਸਨ Always targeting Jesus. ਅੱਜ ਵੀ ਇਸ ਧਰਤੀ ਉੱਤੇ ਮਸੀਹ ਦੇ ਹਰ ਬੰਦੇ ਟਾਰਗੇਟ ਕੀਤੇ ਜਾ ਰਹੇ ਹਨ Even today, the Christians are targeted on this earth. ਭਾਵੇਂ ਉਹ ਤੁਹਾਡੇ ਘਰਦਿਆਂ ਦੇ ਵੱਲੋਂ ਤੁਹਾਨੂੰ ਟਾਰਗੇਟ ਕੀਤਾ ਜਾਏ They might be targeting because of from your family, ਤੁਹਾਡੇ ਗਵਾਂਢੀਆਂ ਦੇ ਵੱਲੋਂ ਕੀਤਾ ਜਾਏ by your neighbors, ਰਿਸ਼ਤੇਦਾਰਾਂ ਵੱਲੋਂ ਕੀਤਾ by ਜਾਏ your relatives, ਸਮਾਜ ਵੱਲੋਂ ਕੀਤਾ by ਜਾਏ your society, ਸ਼ਹਿਰ ਵੱਲੋਂ ਕੀਤਾ by ਜਾਏ your city, ਚਾਹੇ ਦੇਸ਼ ਵੱਲੋਂ ਕੀਤਾ or ਜਾਏ by your country. ਤੁਹਾਨੂੰ ਟਾਰਗੇਟ ਕੀਤਾ ਜਾਂਦਾ ਹੈ You are being targeted. ਔਰ ਜਦੋਂ ਤੁਸੀਂ ਟਾਰਗੇਟ ਕੀਤੇ ਜਾਂਦੇ ਹੋ ਤੁਸੀਂ ਡਰ ਜਾਂਦੇ ਹੋ When you are targeted, you fear. ਬਾਈਬਲ ਕਹਿੰਦਾ ਹੈ The Bible says, ਤੁਸੀਂ ਉਹਦਾ ਸਾਹਮਣਾ ਕਰੋ ਤੇ ਉਹ ਭੱਜ ਜਾਏਗਾ resist him and he shall flee. ਟਾਰਗੇਟ ਕੀ ਹੈ Oh, what is the ਉਹ target? ਤੁਹਾਡੇ ਉੱਤੇ ਇੱਕ ਅਟੈਕ ਆ That is an attack upon ਜਦੋਂ you. ਤੁਹਾਡੇ ਉੱਤੇ ਅਟੈਕ ਆਉਂਦਾ When ਹੈ attack comes upon you, ਅਗਰ ਤੁਸੀਂ ਪ੍ਰਾਰਥਨਾ ਦੇ ਨਾਲ ਜੁੜੇ ਆ if you are entangled in ਪਰਮੇਸ਼ਵਰ prayer, ਦੇ ਨਾਲ ਜੁੜੇ ਆ entangled with prayer, ਉਹਦੇ God, ਵਚਨ ਦੇ ਨਾਲ ਜੁੜੇ ਆ entangled with word, ਉਹਦੀ ਹੈਕਲ ਨਾਲ ਜੁੜੇ ਆ entangled with his house, ਉਹਦੇ ਵੱਲੋਂ ਕੀਤਾ ਅਟੈਕ every attack against you ਤੁਹਾਡੇ ਉੱਤੇ ਕਦੇ ਵੀ ਜਿੱਤ ਨਹੀਂ ਪਾ ਸਕਦਾ shall never come and have ਜਦੋਂ perfect- ਤੁਸੀਂ ਉਸ ਅਟੈਕ ਤੋਂ ਬਾਹਰ ਆਓਗੇ When you come out of that attack, ਇੱਕ ਨਵੀਂ ਗ੍ਰੇਸ ਇੱਕ ਨਵੀਂ ਅਨੌਇੰਟਿੰਗ ਦੇ ਨਾਲ ਬਾਹਰ ਆਓਗੇ you will come out with a new grace and a new ਤੁਸੀਂ anointing. ਬਾੜੇ ਦੇ ਬੱਚੇ ਵਾਂਗ ਖੁੱਦਦੇ ਹੋਏ ਬਾਹਰ ਆਓਗੇ You shall jump like the stalks of staff. ਔਰ ਤੁਸੀਂ ਛਾਲਾਂ ਮਾਰਦੇ ਬਾਹਰ ਆਓਗੇ You shall come out jumping. ਅੱਜ ਉਦਾਸ ਕਿਉਂ ਹੈ Why sadness? ਪਰੇਸ਼ਾਨ ਕਿਉਂ ਹੈ Why there is so trouble? ਕੀ ਤੁਸੀਂ ਅਣ ਧੋਤੇ ਹੱਥਾਂ ਨਾਲ ਰੋਟੀ ਖਾਧੀ ਹੈ That you have washed with clean hands and eaten? ਯੀਸ਼ੂ ਮਸੀਹ ਨੇ ਕਿਹਾ ਅਣਧੋਤੇ ਹੱਥਾਂ ਨਾਲ ਰੋਟੀ ਖਾਣੀ ਕੋਈ ਗੁਨਾਹ ਨਹੀਂ ਹੈ Oh, it is not sin to eat with the unclean hands. ਕਿਉਂਕਿ ਬਾਈਬਲ ਕੀ ਕਹਿੰਦਾ What does the Bible say? ਯੀਸ਼ੂ ਮਸੀਹ ਨੇ ਇਹਦੇ ਲਈ ਬੜਾ ਪਿਆਰਾ ਜਵਾਬ ਦਿੱਤਾ ਉਸ ਜਗ੍ਹਾ ਦੇ ਉੱਤੇ Jesus answered them very nicely. ਮੈਂ ਚਾਹੁੰਦਾ ਤੁਸੀਂ ਬਾਈਬਲ ਦੇ ਵਿੱਚ ਦੇਖ ਲਓ ਤਾਂ ਕਿ ਤੁਹਾਨੂੰ ਹਮੇਸ਼ਾ ਦੇ ਲਈ ਇਹ ਯਾਦ ਰਹੇ So that you can remember for all times, better look in the Bible. ਤੇ ਬਾਈਬਲ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ It's written in the Bible like this. ਮੈਂ ਮਰਕਸ 7 ਦੇ ਵਿੱਚ ਗੱਲ ਕਰ ਰਿਹਾ ਹਾਂ In Mark chapter 7, I'm speaking about. ਯੀਸ਼ੂ ਮਸੀਹ ਨੇ ਉਹਨਾਂ ਨੂੰ ਇੱਕ ਬੜਾ ਹੀ ਜ਼ਬਰਦਸਤ ਜਵਾਬ ਦਿੱਤਾ ਹੈ Oh, very specific answer Jesus gave unto them. ਯੀਸ਼ੂ ਮਸੀਹ ਨੇ ਕਿਹਾ ਜਿਹੜੀਆਂ ਚੀਜ਼ਾਂ ਬਾਹਰੋਂ ਤੁਹਾਡੇ ਅੰਦਰ ਜਾਂਦੀਆਂ ਉਹ ਤੁਹਾਨੂੰ ਅਸ਼ੁੱਧ ਨਹੀਂ ਕਰਦੀਆਂ Jesus said the things that go inside of you from outside doesn't make you unclean. ਯੀਸ਼ੂ ਮਸੀਹ ਨੇ ਕਿਹਾ ਜਿਹੜੀਆਂ ਚੀਜ਼ਾਂ ਤੁਸੀਂ ਬਾਹਰੋਂ ਲੈਂਦੇ ਹੋ ਤੁਹਾਡੇ ਢਿੱਡ ਵਿੱਚ ਜਾਂਦੀਆਂ ਨੇ Everything that you intake from outside, it goes in your stomach. ਉਹ ਤੁਹਾਡੇ ਦਿਲ ਵਿੱਚ ਨਹੀਂ ਜਾਂਦੀਆਂ It doesn't go in your heart. ਪਰ ਜਿਹੜੀਆਂ ਦਿਲ ਵਿੱਚੋਂ ਬਾਹਰ ਆਉਂਦੀਆਂ ਨੇ But the things that come out, ਉਹ of the ਬੜੀਆਂ heart, ਖਤਰਨਾਕ ਨੇ these are very dangerous. ਜਿਹੜੀਆਂ ਤੁਹਾਡੇ ਢਿੱਡ ਵਿੱਚ ਜਾਂਦੀਆਂ ਉਹ ਸਹਿਤ ਖਾਂਦੇ ਰਹੀ ਬਾਹਰ ਚਲ ਜਾਂਦੀਆਂ The ਹਨ things that go into your belly, they go out from your uranus. ਪਰ ਜਿਹੜੀਆਂ ਤੁਹਾਡੇ ਦਿਲ ਵਿੱਚੋਂ ਨਿਕਲਦੀਆਂ ਨੇ The things that come out from your ਉਹ ਬਹੁਤ heart, ਖਤਰਨਾਕ ਹੈ these are too dangerous.
ਅਗਰ ਤੁਸੀਂ ਹੱਥ ਧੋ ਕੇ ਚਰਚ ਆਏ ਹੋ, if you wash your hands and come to the church, ਪੈਰ ਧੋ ਕੇ ਅੰਦਰ ਆਏ ਹੋ, wash your feet and come inside, ਬੜੀ ਨਿਮਰਤਾ ਦੇ ਨਾਲ ਆਏ ਹੋ, in humility you have come, ਅਗਰ ਤੁਹਾਡੇ ਅੰਦਰ ਪਾਪ ਹੈ if there is sin ਤੇ ਹੱਥ inside, ਧੋਤਿਆਂ ਦਾ ਕੀ ਫਾਇਦਾ what ਹੈ? is the use of washing hands? ਅਗਰ ਤੁਸੀਂ ਪਰਮੇਸ਼ਵਰ ਦਾ ਵਚਨ ਨਹੀਂ ਮੰਨ ਰਹੇ, If you do not obey the word of God, ਹੱਥ ਧੋਣ ਦਾ ਕੀ ਫਾਇਦਾ what is ਹੈ? the use of washing hands? ਅਗਰ ਤੁਸੀਂ ਪਰਮੇਸ਼ਵਰ ਦਾ ਵਚਨ ਨਹੀਂ ਮੰਨ If ਰਹੇ you do not obey the word of God, ਤੇ ਫਿਰ ਬਪਤਿਸਮਾ ਲੈਣ ਦਾ ਕੀ ਫਾਇਦਾ what ਹੈ? is the use of taking baptism? ਪਹਿਲੀ ਗੱਲ ਹੈ ਪ੍ਰਭੂ ਦਾ ਵਚਨ ਮੰਨਣਾ। Firstly, obeying the word of ਬਹੁਤ God. ਵੱਡੀ ਭੀੜ ਖੜੀ ਹੈ, A great crowd ਯਿਸੂ of ਦੇ ਚੇਲੇ ਖੜੇ ਆ disciples of Jesus. ਤੇ ਪ੍ਰਭੂ ਯਿਸੂ ਖੁਸ਼ਖਬਰੀ ਦਾ ਪੈਗਾਮ ਦੇ ਰਿਹਾ। Jesus is preaching good gospel ਯਿਸੂ ਮਸੀਹ ਨੇ ਸਭ ਦੇ ਸਾਹਮਣੇ ਕਿਹਾ, in front of everybody. Jesus ਯਿਸੂ ਮਸੀਹ said, ਨੇ ਕਿਹਾ ਮੇਰੀ ਗੱਲ ਮੰਨੋ, "Oh, obey me." Jesus ਮੇਰੀ said, ਗੱਲ ਸੁਣੋ। "Just listen to me." ਤੇ ਯਹੂਦੀ ਚਾਹੁੰਦੇ ਸਨ ਕੋਈ ਵੀ ਯਿਸੂ ਦੀ ਗੱਲ ਨਾ ਸੁਣੇ, And the Israelites doesn't want anybody to listen to Jesus. ਕਿਉਂਕਿ ਪ੍ਰਭੂ ਯਿਸੂ ਦੇ ਸ਼ਬਦਾਂ ਦੇ ਵਿੱਚ ਸਾਮਰਥ ਸੀ, But there was power in the words of Jesus. ਪ੍ਰਭੂ ਯਿਸੂ ਦੇ ਸ਼ਬਦਾਂ ਦੇ ਵਿੱਚ ਤਾਕਤ ਸੀ There was so many mighty power in the ਕਿ words of ਤੁਸੀਂ Jesus. ਚਾਹੁੰਦੇ ਹੋ ਤਾਕਤ ਤੁਹਾਡੇ ਅੰਦਰ ਕੰਮ ਕਰੇ, Do you want that might to work in ਤੁਹਾਡੇ you? ਜੀਵਨ 'ਚ ਕੰਮ ਕਰੇ। It should work in your life. ਇੱਕ ਗੱਲ ਪੱਕੀ ਹੈ, It's firm. ਜਦ ਤੱਕ ਇਹ ਸ਼ਬਦ ਇਹ ਪਾਵਰ ਤੁਹਾਡੇ ਜੀਵਨ 'ਚ ਕੰਮ ਨਾ ਕਰਨਗੇ Till the time this powerful word doesn't work in your life, ਤੁਸੀਂ ਕਦੇ ਵੀ ਬਦਲੋਗੇ ਨਹੀਂ, you will never change. ਤੁਸੀਂ ਸੱਚੇ ਵਿਸ਼ਵਾਸੀ ਨਹੀਂ ਬਣੋਗੇ। You won't be a true believer. ਅੱਜ ਤੁਸੀਂ ਲੋਚਦੇ ਹੋ ਚਿੰਨ ਚਾਹੀਦੇ ਨੇ, ਚਮਤਕਾਰ ਚਾਹੀਦੇ ਨੇ, You desire and urge for the miracles and the ਚੰਗਿਆਈ signs. ਚਾਹੀਦੀ ਹੈ, You want healing. ਪੈਸਾ ਚਾਹੀਦਾ You ਹੈ, want money. ਧਨ ਦੌਲਤ ਚਾਹੀਦਾ You want the ਹੈ, riches. ਧੀਆਂ ਪੁੱਤਰ ਚਾਹੀਦੇ ਨੇ। Sons and daughters. ਅਗਰ ਇਹ ਕੋਈ ਆ ਕੇ ਹੈਕਲ ਦੇ ਵਿੱਚ ਡਿਮਾਂਡ ਕਰਦਾ, ਮੈਂ ਕਹਿੰਦਾ ਇਹ ਗਲਤ ਨਹੀਂ ਹੈ। And if someone comes and demands in that church, I said it's not wrong. ਜਿੰਨਾ ਚੱਕਰ ਤੁਸੀਂ ਸਰੀਰ ਵਿੱਚ ਜੀ ਰਹੇ ਹੋ, Till the time you live in the flesh, ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ। you are in need of these things. ਅਗਰ If ਪੈਸੇ ਦੀ ਜ਼ਰੂਰਤ ਨਾ ਹੁੰਦੀ if money was not required, ਤੇ ਇਸ ਧਰਤੀ ਤੇ ਪੈਸਾ ਨਹੀਂ ਹੋਣਾ ਸੀ। there would be no money on this earth. ਪੈਸਾ ਧਰਤੀ ਤੇ ਬਣਿਆ ਆ, The money remains on this earth. ਤੇ ਇਹਦਾ ਮਤਲਬ ਉਸ ਪੈਸੇ ਦੀ ਸਾਨੂੰ ਵੀ ਜ਼ਰੂਰਤ ਆ। That means we are also in need of that money. ਪੈਸਾ ਹਰੇਕ ਵਿਅਕਤੀ ਦੇ ਕੋਲ ਹੋਣਾ ਚਾਹੀਦਾ And ਹੈ, everyone should be having the money. ਪਰ ਪੈਸਾ ਦਿਲ 'ਚ ਨਹੀਂ ਹੱਥ ਵਿੱਚ ਹੋਣਾ ਚਾਹੀਦਾ This ਹੈ। money should not rest in your heart, but it should be remaining in your hand. ਮੁਸੀਬਤ ਇਹ ਆ ਅਸੀਂ ਪੈਸੇ ਲਈ ਆਪਣਾ ਦਿਲ ਵਿੱਚ ਜਗ੍ਹਾ ਬਣਾ ਰਹੇ The ਹਾਂ। trouble is we make place for the money to be in our hearts. ਮੈਂ ਪਿਛਲੇ ਹਫਤੇ ਤੁਹਾਨੂੰ ਪੈਸੇ ਦੇ ਉੱਤੇ, ਮਨੀ ਦੇ ਉੱਤੇ, ਧਨ ਦੇ ਉੱਤੇ ਵਚਨ ਦੇ ਰਿਹਾ ਸਾਂ। And I was preaching last Sunday upon finances and upon the money. ਅੱਜ ਬਹੁਤ ਸਾਰੇ ਲੋਕਾਂ ਦੇ ਕੋਲ ਪੈਸਾ ਨਾ ਹੋਣ ਕਰਕੇ And many are not having that money. ਉਹ ਬਹੁਤ ਪਰੇਸ਼ਾਨ ਰਹਿ ਰਹੇ ਹਨ, And they're really in a trouble. ਮੁਸੀਬਤ ਦੇ ਵਿੱਚ ਰਹਿ ਰਹੇ ਹਨ। They are living in a trouble. ਮੈਂ ਬਹੁਤ ਲੋਕਾਂ ਨੂੰ ਸੁਣਿਆ ਉਹ ਬੜੇ ਚੰਗੇ ਲੋਕ ਆ, And I've listened to many, they're good ones. ਉਹ ਹਰ ਹਫਤੇ ਚਰਚ ਨਹੀਂ ਆਉਂਦੇ। They do not come to church every Sunday. ਬਹੁਤ ਚੰਗੇ ਲੋਕ ਆ, Good people. ਜਦੋਂ ਮੈਨੂੰ ਮਿਲਦੇ ਮੈਂ ਉਹਨਾਂ ਨਾਲ ਗੱਲ ਕਰਦਾ ਹਾਂ, Whenever they meet me, I speak and have conversation. ਉਹ ਕਹਿੰਦੇ ਪਾਦਰੀ ਸਾਹਿਬ ਅਸੀਂ ਐਤਵਾਰ ਵੀ ਕੰਮ ਕਰਦੇ ਹਾਂ। They say we work even on Sundays. ਮੇਰੇ ਪੁੱਛ ਪੜਤਾਲ ਕਰਨ ਤੋਂ ਪਤਾ ਲੱਗਦਾ ਹੈ ਕਿ ਉਹ ਪੈਸੇ ਲਈ ਕੰਮ ਕਰ ਰਹੇ And ਹਨ। after investigation that I did, I found that they work for money. ਕਈ ਵਿਅਕਤੀ 14 ਘੰਟੇ ਵੀ ਕੰਮ ਕਰਦੇ ਹਨ। And some people work for 14 hours. ਮੈਂ ਇਹ ਗੱਲ ਸਾਰਿਆਂ ਨੂੰ ਕਹਿਣੀ ਚਾਹੁੰਦਾ ਹਾਂ, I want to tell you to all. ਤੁਸੀਂ ਆਪਣੀ ਜਿੰਨੀ ਮਰਜ਼ੀ ਤਾਕਤ ਲਾਓ ਧਨ ਕਮਾਉਣ ਦੇ ਲਈ, Oh, to gain money, you can put in all your strength. ਅਗਰ ਉਹ ਪਰਮੇਸ਼ਵਰ ਦੀ ਇੱਛਾ ਤੋਂ ਬਿਨਾਂ ਆ, If it is without the will of God, ਅਗਰ ਉਹ ਪਰਮੇਸ਼ਵਰ ਦੀ ਕਿਰਪਾ ਤੋਂ ਬਿਨਾਂ ਆ, if it is without the grace of God, ਤੁਸੀਂ ਕਦੇ ਕਰਜ਼ਿਆਂ ਤੋਂ ਮੁਕਤ ਨਹੀਂ ਹੋ ਸਕਦੇ। you won't get rid of your debts. ਅਗਰ ਤੁਸੀਂ ਵਿਸ਼ਵਾਸ ਕਰੋ If you shall believe, ਤਾਂ ਪਰਮੇਸ਼ਵਰ ਚਮਤਕਾਰੀ ਢੰਗ ਦੇ ਨਾਲ ਤੁਹਾਡੇ ਕਰਜ਼ਿਆਂ ਨੂੰ ਰਫਾ ਦਫਾ ਕਰਨ ਦੀ ਤਾਕਤ ਰੱਖਦੇ God ਹਨ। is worthy to just get you rid of all ਉਹ your ਤੁਹਾਡੇ debts. ਕਰਜ਼ਿਆਂ ਨੂੰ ਲਾਉਣ ਦੀ ਤਾਕਤ ਰੱਖਦੇ ਹਨ। He is rid to to rid you of your loans. ਬਾਈਬਲ ਮਲਾਕੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਕਿ ਤੁਸੀਂ ਮੈਨੂੰ ਠੱਗਦੇ ਹੋ, And in Malachi book, he says, you dupe me. ਤੁਸੀਂ ਮੇਰੇ ਨਾਲ ਠੱਗੀਆਂ ਮਾਰਦੇ ਹੋ। You're deceiving me. ਕਿਉਂਕਿ ਅਗਰ ਕਿਸੇ ਮਨੁੱਖ ਦੇ ਨਾਲ ਠੱਗੀ ਮਾਰਾਂਗੇ ਤਾਂ ਰੌਲੀ ਪਾਏਗਾ, ਸ਼ੋਰ ਮਚਾਏਗਾ। If you deceive some man, he shall shout. ਤੁਸੀਂ ਬਹੁਤ ਹੀ ਸਮਝਦਾਰ ਇਨਸਾਨ ਹੋ, So much
intelligent people. ਠੱਗੀ ਉਹਦੇ ਨਾਲ ਮਾਰੋ ਜਿਹੜਾ ਸ਼ੋਰ ਨਾ ਮਚਾਵੇ, And deceive someone who cannot shout, ਜਿਹੜਾ ਰੌਲਾ ਨਾ ਪਾਵੇ। who doesn't shout. ਪਰ ਅੱਜ ਉਹ ਇਸ ਜਗ੍ਹਾ ਦੇ ਉੱਤੇ ਤੁਹਾਡੇ ਲਈ ਸ਼ੋਰ ਮਚਾ ਰਿਹਾ ਹੈ। And the one who is shouting over here for ਅਗਰ you. ਤੁਸੀਂ ਸ਼ਰਾਫ ਦੇ ਥੱਲੇ ਹੋ, If you are under the curse, ਬਿਮਾਰੀ ਦੇ ਥੱਲੇ ਹੋ, under the sickness, ਗਰੀਬੀ ਦੇ ਥੱਲੇ ਹੋ, and the poverty, ਉਹਦਾ ਕਾਰਨ ਇਹ ਵੀ ਹੈ ਕਿ ਤੁਸੀਂ ਪਰਮੇਸ਼ਵਰ ਦੇ ਨਾਲ ਵਫਾਦਾਰ ਨਹੀਂ ਹੋ। reason is you are not faithful to God. ਯਿਸੂ ਮਸੀਹ ਨੇ ਕਿਹਾ ਜੋ ਕੇਸਰ ਦਾ ਹੈ ਉਹ ਕੇਸਰ ਨੂੰ ਦਿਓ, Jesus said, what belongs to Caesar, give it to him. ਔਰ ਜੋ ਪਰਮੇਸ਼ਵਰ ਦਾ ਹੈ ਉਹ ਪਰਮੇਸ਼ਵਰ ਨੂੰ ਦਿਓ। And what belongs to God, give it to God. ਹੁਣ ਤੁਹਾਡੇ ਕੋਲ ਇਹ ਚੰਗਾ ਮੌਕਾ ਹੈ। You have got time. ਅਗਰ ਮੈਂ ਤੁਹਾਨੂੰ ਇਹ ਨਾ ਦੱਸਾਂ ਬਾਈਬਲ ਦੇ ਵਿੱਚ ਕੀ ਲਿਖਿਆ ਹੈ, If I do not tell you what's written in the Bible, ਉਹਨੇ ਕਿਹਾ ਮੇਰੀ ਪ੍ਰਜਾ ਨਾਸ਼ ਹੋ ਰਹੀ ਹੈ। my people are perishing. ਉਹਦਾ ਕਾਰਨ ਇਹ ਨਹੀਂ ਹੈ ਕਿ ਉਹ ਚਰਚ ਨਹੀਂ ਆ ਰਹੇ, The reason is not they're not coming to the church. ਉਹਦਾ ਕਾਰਨ ਇਹ ਨਹੀਂ ਹੈ ਕਿ ਉਹ ਪ੍ਰਾਰਥਨਾ ਨਹੀਂ ਕਰਦੇ, Reason is not they're not praying. ਉਹਦਾ ਕਾਰਨ ਹੈ ਕਿ ਉਹਨਾਂ ਨੇ ਪਰਮੇਸ਼ਵਰ ਦੇ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਨਹੀਂ ਸਮਝਿਆ। The reason is that they did not understand the knowledge of God ਇਹ ਇੱਕ inside. ਗਿਆਨ ਹੈ ਕਿ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਉਹਦੀ ਕਿਰਪਾ ਚ ਰਹਿਣ ਦੇ ਨਾਲ ਕਿੱਦਾਂ ਤੁਸੀਂ ਫਲਵੰਤ ਹੁੰਦੇ ਹੋ। This is the knowledge by living in His presence, in His word, how you are flourishing. ਕਿੱਦਾਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚੋਂ ਬਰਕਤ ਨੂੰ ਲੈਂਦੇ ਹੋ। How you receive the blessing from the God's presence. ਪਰਮੇਸ਼ਵਰ ਤੁਹਾਨੂੰ ਉੱਚਾ ਉਠਾਉਣਾ ਚਾਹੁੰਦਾ ਹੈ। God wants to lift you up. ਮੈਂ ਉਸ ਨਬੀ ਦੀ ਤਸਵੀਰ ਨੂੰ ਸਾਫ਼ ਦੇਖ ਰਿਹਾ And ਹਾਂ I see the prophet's picture. ਜਿਸ ਵੇਲੇ ਬੜਾ ਕਾਲ ਪਿਆ ਹੋਇਆ ਸੀ When there was so much of scarcity. ਅਤੇ ਪਰਮੇਸ਼ਵਰ ਨੇ ਉਹਨੂੰ ਕਿਹਾ ਜਾ ਫਲਾਨੀ ਜਗ੍ਹਾ ਦੇ ਉੱਤੇ ਮੈਂ ਇੱਕ ਔਰਤ ਨੂੰ ਤੇਰੇ ਵਾਸਤੇ ਠਹਿਰਾ ਦਿੱਤਾ, ਉਸ ਘਰ ਵਿੱਚ ਚਲਿਆ ਜਾ। And God said, go to a certain city, go to a widow. I have made arrangements for you, live in her house. ਪਰ ਬੜੀ ਅਜੀਬ ਗੱਲ ਹੈ, But amazing thing is, ਜਿਸ ਜਗ੍ਹਾ ਦੇ ਉੱਤੇ ਨਬੀ ਨੂੰ ਭੇਜਿਆ ਗਿਆ the place that prophet was sent, ਉੱਥੇ ਵੀ ਕੁਝ ਖਾਣ ਨੂੰ ਨਹੀਂ ਸੀਗਾ, there was nothing to eat. ਉੱਥੇ ਵੀ ਕੋਈ ਬਹੁਤ ਜ਼ਿਆਦਾ ਪਾਤਸ਼ਾਹਾਂ ਵਾਲਾ ਰਵਈਆ ਨਹੀਂ ਸੀਗਾ। There was nothing that a king could eat and nothing of like arrangements. ਕਿਉਂ ਪਰਮੇਸ਼ਵਰ ਨੇ ਉਹਨੂੰ ਮਹਿਲ ਵਿੱਚ ਨਾ ਭੇਜ ਕੇ ਇੱਕ ਵਿਧਵਾ ਔਰਤ ਦੇ ਘਰ ਭੇਜਿਆ? Why not sending him to the palace despite he sent her to the widow? ਇੱਕ ਗਰੀਬ ਦੇ ਘਰ ਭੇਜਿਆ। A poor woman that is widow. ਕਾਰਨ ਕੀ ਹੈ? What is the reason? ਕਿਉਂਕਿ ਪਰਮੇਸ਼ਵਰ ਜਾਣਦਾ ਹੈ ਕਿ ਉਹਦੇ ਬੰਦੇ ਦੇ ਦੁਆਰਾ ਉਹਦੀ ਵਡਿਆਈ ਕਿਸ ਜਗ੍ਹਾ ਦੇ ਉੱਤੇ ਹੋਵੇਗੀ। For God knows by his man how he shall be glorified. ਅਗਰ ਪਰਮੇਸ਼ਵਰ ਉਹਨੂੰ ਕਿਸੇ ਮਹਿਲ ਵਿੱਚ ਭੇਜ ਦੇ, If God would have sent him to a palace, ਕਿਸੇ ਰਾਜੇ ਦੇ ਕੋਲ ਭੇਜ ਦੇ, to a king's palace, ਤਾਂ ਉੱਥੇ ਕੀ ਹੋਣਾ ਸੀ? what would have happened? ਤੇ ਉਹਨਾਂ ਨੇ ਕਹਿਣਾ ਸੀ ਫਲਾਣੇ ਨੰਬਰ ਕਮਰੇ ਦੇ ਵਿੱਚ ਜਾ ਕੇ ਮੌਜਾਂ ਕਰੋ ਜੀ, ਖਾਣਾ ਪੀਣਾ ਖੁੱਲਾ ਆਏਗਾ। Go to a certain room and just enjoy it. The food shall arrive after ਨਾ him. ਕਿਸੇ ਨੇ ਉਹਨੂੰ ਪ੍ਰਾਰਥਨਾ ਕਰਨ ਬਾਰੇ ਕਹਿਣਾ ਸੀ, No one would have told him to ਨਾ ਕੋਈ pray. ਰਿਕੁਐਸਟ ਕਰਨੀ ਸੀ, No requests. ਨਾ ਉੱਥੇ ਪ੍ਰਭੂ ਦਾ ਵਚਨ ਫੈਲਣਾ ਸੀ। No, and word would have not flourished. ਅਗਰ ਤੁਹਾਡੇ ਹਾਲਾਤ ਇਸ ਤਰ੍ਹਾਂ ਦੇ ਹਨ If your situations are ਔਰ like, ਪ੍ਰਭੂ ਨੇ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਬੁਲਾਇਆ ਹੈ, and God has called you to this place, ਤਾਂ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਕੁਝ ਕਰਨ ਦੇ ਲਈ ਤਿਆਰ ਆ। God is ready to do something. ਯਾਦ ਰੱਖੋ ਚਮਤਕਾਰ ਤੁਹਾਡੇ ਜੀਵਨ ਦੇ ਵਿੱਚ ਸਟਾਰਟ ਹੈ। Remember the miracle is starting in your life. ਜਦੋਂ ਇਹ ਔਰਤ ਦੇ ਕੋਲ ਗਿਆ, When he went to that woman, ਉਸਨੇ ਦੱਸਿਆ ਕਿ ਅਸੀਂ ਤੇ ਆਪ ਭੁੱਖੇ ਪਿਆਸੇ ਤੁਰੇ ਫਿਰਦੇ ਹਾਂ। and she said, we are hungry and just roaming here and there. ਪਰਮੇਸ਼ਰ ਨੇ ਜਨ ਨੇ ਉਹਨੂੰ ਬਰਕਤ ਦੇ ਨਾਲ ਇਸ ਤਰ੍ਹਾਂ ਬਲੈਸ ਕੀਤਾ। And the man of God just blessed her like this. ਉਸਨੇ ਕਿਹਾ ਆਪਣੇ ਸਾਰੇ ਕਰਜ਼ ਵੀ ਭਰ ਦੇ Oh, pay in all your debts. ਤੇ ਆਪਣਾ ਸਾਰਾ ਇੰਤਜ਼ਾਮ ਵੀ ਪੂਰੇ ਸਮੇਂ ਦੇ ਲਈ ਕਰਕੇ ਰੱਖ। And for all these times, make her arrangement for you. ਪਰਮੇਸ਼ਰ ਆਉਣ ਵਾਲੇ ਸਮੇਂ ਦੇ ਲਈ ਵੀ ਤੁਹਾਨੂੰ ਬਰਕਤ ਦੇਣ ਦੇ ਲਈ ਤਿਆਰ ਆ। God is ready to bless you for the coming time. ਪਰ ਤੁਸੀਂ ਅੱਜ ਦੇ ਦਿਨ ਦੇ ਲਈ ਬਰਕਤ ਮੰਗ ਰਹੇ ਹੋ। You are asking for the blessing for today. ਪਰਮੇਸ਼ਰ ਤੁਹਾਡੀਆਂ 3 ਪੀੜ੍ਹੀਆਂ ਦੀ ਫਿਕਰ ਕਰ ਰਿਹਾ। God is worried about your 3 generations. ਬਾਈਬਲ ਦੇ ਵਿੱਚ ਲਿਖਿਆ ਕਿ ਮੈਂ ਤੇਰੀਆਂ 3 ਪੀੜ੍ਹੀਆਂ ਤੱਕ ਬਰਕਤ ਦੇਵਾਂਗਾ। Bible says I shall bless you for 3 generations. ਪਰ ਪਰਮੇਸ਼ਰ ਦੇ ਨਾਲ ਮੁਹੱਬਤ ਕਰੋ। Oh, love God. ਯੀਸ਼ੂ ਮਸੀਹ ਨੇ ਕਿਹਾ ਮੇਰੀ ਸੁਣੋ। Oh, Jesus said, just listen to me. ਯੀਸ਼ੂ ਮਸੀਹ ਨੇ ਕਿਹਾ ਮੇਰੀ ਮੰਨੋ। Oh, just obey me. ਅਗਰ ਤੁਸੀਂ ਇਹਨੂੰ ਬਾਈਬਲ ਦੇ ਵਿੱਚ ਦੇਖਣਾ ਚਾਹੁੰਦੇ ਹੋ And if you want to look at it in the Bible, ਤੇ ਮੈਂ ਚਾਹੁੰਦਾ ਤੁਸੀਂ ਬਾਈਬਲ ਦੇ ਅੰਦਰ ਇਹਨੂੰ ਜ਼ਰੂਰ ਦੇਖ ਲਓ। and you should surely look at into the Bible. ਮਰਕਸ 7:14 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। Mark 7 verse 14 it says, ਉਸਨੇ ਲੋਕਾਂ ਨੂੰ ਫਿਰ ਕੋਲ ਸੱਦ ਕੇ ਉਹਨਾਂ ਨੂੰ ਆਖਿਆ and ਤੁਸੀਂ calling, ਸਭ ਦੇ ਸਭ ਮੇਰੀ ਸੁਣੋ
ਅਤੇ ਮੇਰੀ ਸਮਝੋ। Calling people to himself, he said, listen to me and understand. ਬਹੁਤ ਲੋਕ ਤੁਹਾਨੂੰ ਆਪਣੇ ਜੀਵਨ ਦਾ ਤਜਰਬਾ ਸਮਝਾਉਣਾ ਚਾਹੁੰਦੇ ਆ। Many people want to make you understand the experiences of their lives. ਬਹੁਤ ਲੋਕ ਤੁਹਾਨੂੰ ਆਪਣੇ ਜੀਵਨ ਦੇ ਦੁਆਰਾ ਪਰਮੇਸ਼ਵਰ ਦੇ ਕਲਾਮ ਤੋਂ ਦੂਰ ਕਰਨਾ ਚਾਹੁੰਦੇ ਆ। And many people by their own lives want to drive you away from the word of God. ਬਹੁਤ ਜਨ ਚਾਹੁੰਦੇ ਨੇ ਕਿ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨਾ ਸੁਣੋ। Many want that you should not listen to the voice of God. ਮੈਂ ਇੱਕ ਪਰਿਵਾਰ ਨੂੰ ਜਾਣਦਾ ਹਾਂ, And I know a family ਉਹ ਬਹੁਤ ਚਰਚ ਦੇ ਲਾਗੇ ਸੀ। very near to the church. ਕੁਝ ਸਮਾਂ ਪਹਿਲਾਂ ਮੈਨੂੰ ਪਤਾ ਲੱਗਾ And just time passed, I came to know ਕਿ ਉਹ ਕਿਸੇ ਹੋਰ ਵਿਅਕਤੀ ਦੇ ਕੋਲ ਆਪਣਾ ਹੱਥ ਦਿਖਾਣ ਜਾਂਦੇ ਹਨ। that they go to some man to show their hand. ਉਹ ਵਿਅਕਤੀ ਸਿਰਫ ਉਹਨਾਂ ਦਾ ਹੱਥ ਦੇਖ ਸਕਦਾ ਹੈ। That man can only look into their hand. ਪਰ ਮੇਰਾ ਪਰਮੇਸ਼ਵਰ ਜਿਸ ਨੇ ਉਹਨਾਂ ਨੂੰ ਸਾਜਿਆ ਹੈ ਉਹ ਆਪਣੀ ਤਾਕਤ ਦੇ ਨਾਲ ਉਹਨਾਂ ਨੂੰ ਬਲੈਸ ਕਰ ਸਕਦਾ ਹੈ। But my God who has created them by his power can just bless them. ਫਰਕ ਹੈ ਤੁਸੀਂ ਕਿੱਥੇ ਜਾ ਰਹੇ ਹੋ। The difference is, where do you go? ਅੱਜ ਤੁਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਆਏ ਹੋ। Today you have come into the presence of God. ਮੈਂ ਵਿਸ਼ਵਾਸ ਕਰਦਾ ਹਾਂ And I believe that ਤੁਸੀਂ ਬਿਨਾਂ ਆਸ਼ੀਸ਼ ਦੇ ਵਾਪਸ ਨਹੀਂ ਜਾਓਗੇ। you are not going without being blessed. ਕੋਈ ਵੀ ਵਿਅਕਤੀ ਅੱਜ ਪਰਮੇਸ਼ਵਰ ਦੀ ਅਨੋਇੰਟਿੰਗ ਤੋਂ ਬਿਨਾਂ ਵਾਪਸ ਨਹੀਂ ਜਾਏਗਾ। Not a single shall return without the anointing of God. ਪਰਮੇਸ਼ਵਰ ਪ੍ਰੇਮ ਹੈ God is love. ਤੇ ਉਹ ਚਾਹੁੰਦੇ ਆ ਹਰ ਵਿਅਕਤੀ ਪ੍ਰੇਮ ਦੇ ਨਾਲ ਭਰ ਜਾਵੇ। And he wants that, and he desires every man be filled with his love. ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਔਖਾ ਹੈ ਪ੍ਰੇਮ ਦੇ ਨਾਲ ਭਰ ਜਾਣਾ। In these times it's so very difficult to be filled with ਕਿਉਂਕਿ love. ਬੈਰੀ ਨਹੀਂ ਚਾਹੁੰਦਾ ਕਿ ਤੁਸੀਂ ਕਿਸੇ ਪ੍ਰੇਮ ਦੇ ਨਾਲ ਭਰ ਜਾਓ। And for your enemy doesn't want you to be filled with love. ਪਰ ਪਰਮੇਸ਼ਵਰ ਦੀ ਯੋਜਨਾ ਨੂੰ ਪੂਰਾ ਕਰਨ ਦੇ ਲਈ ਸਾਨੂੰ ਉਹਦੇ ਪ੍ਰੇਮ ਦੇ ਨਾਲ ਭਰਨਾ ਪਵੇਗਾ। To fulfill the will of God in our lives, we got to be full of his love. ਅੱਜ ਲੋਕ ਡਰ ਰਹੇ ਹਨ People are fearing ਯੀਸ਼ੂ today ਮਸੀਹ ਦੇ ਨਾਮ ਤੋਂ। from the name of Jesus the Christ. ਅੱਜ ਭੂਤ ਡਰ ਰਹੇ ਹਨ And these demons are fearing ਯੀਸ਼ੂ ਮਸੀਹ ਦੇ ਨਾਮ ਤੋਂ। in the name of Jesus ਅੱਜ Christ. ਅਸ਼ੁੱਧ ਆਤਮਾ ਡਰ ਰਹੀਆਂ ਹਨ And unclean spirits are fearing ਯੀਸ਼ੂ ਮਸੀਹ ਦੇ ਨਾਮ ਤੋਂ। by the name of Jesus ਅੱਜ Christ. ਬਿਮਾਰੀਆਂ ਡਰ ਰਹੀਆਂ ਹਨ The sicknesses are fearing ਯੀਸ਼ੂ ਮਸੀਹ ਦੇ ਨਾਮ ਤੋਂ। by the name of Jesus Christ. ਅੱਜ ਪ੍ਰਭੂ ਤੁਹਾਨੂੰ ਆਜ਼ਾਦੀ ਦੇਣ ਦੇ ਲਈ ਤਿਆਰ The ਹੈ। Lord is ready to deliver and liberate you. ਉਹ ਆਪਣੀ ਪਾਵਰ ਦੇ ਨਾਲ ਤੁਹਾਨੂੰ ਭਰ ਰਹੇ And ਹਨ। he's filling you with his power. ਮੈਂ ਦੇਖ ਰਿਹਾ ਕਿ ਬੰਧਨ ਜਾ ਰਹੇ I ਹਨ। see the bondage is going ਮੈਂ out. ਦੇਖ ਰਿਹਾ ਤੁਸੀਂ ਆਪਣੀ ਗਵਾਹੀ ਨੂੰ ਲੈ ਰਹੇ I ਹੋ। see you taking your testimony. ਆਪਣੀ ਵੱਡੀ ਗਵਾਹੀ ਦੇ ਨਾਲ ਵਾਪਸ ਆਉਣ ਵਾਲੇ ਹੋ You ਤੁਸੀਂ। are about to come with your great ਮੈਂ testimony. ਉਹਨਾਂ ਬੰਧਨਾਂ ਚੋਂ ਤੁਹਾਨੂੰ ਬਾਹਰ ਆਉਂਦੇ ਦੇਖ ਰਿਹਾ I ਹਾਂ। see you coming out of those ਮੈਂ bondages. ਘੋਸ਼ਣਾ ਕਰ ਦਿੰਦਾ And I ਹਾਂ decree ਤੁਸੀਂ ਬਾਹਰ ਆ ਰਹੇ you ਹੋ। are coming out. ਬਾਹਰ ਆ ਰਹੇ You ਹੋ। are coming out. ਬਾਹਰ ਆ ਰਹੇ You ਹੋ। are coming out. ਸ਼ੁੱਧ ਹੋ ਰਹੇ ਹੋ। Being cleansed. ਚੰਗੇ ਕੀਤੇ ਜਾ ਰਹੇ Being ਹੋ। made whole. ਅਨੋਇੰਟਿੰਗ ਨਾ ਭਰ ਰਹੇ ਹੋ। Being filled with anointing. ਮੱਸਾ ਨਾ ਭਰ ਰਹੇ Being ਹੋ। filled with the power. ਤਾਜ਼ਾ ਮੱਸਾ Fresh anointing. ਤਾਜ਼ਾ ਮੱਸਾ Fresh anointing. ਤਾਜ਼ਾ ਮੱਸਾ। Fresh anointing. ਨਾ ਬਦਲਣ ਵਾਲੀਆਂ ਚੀਜ਼ਾਂ ਬਦਲ ਰਹੀਆਂ ਨੇ ਅੱਜ। That things that cannot change, they are changing. ਨਾ ਬਦਲਣ ਵਾਲੀਆਂ ਚੀਜ਼ਾਂ ਬਦਲ ਰਹੀਆਂ ਨੇ ਅੱਜ। Not changing things, they are changing now. ਜੋ ਤੁਹਾਡੇ ਕੋਲ ਆ ਸੰਭਵ ਹੈ ਅੱਜ ਯਹੋਵਾ ਦੇ ਨਾਮ ਵਿੱਚ ਸੰਭਵ ਹੋ ਰਿਹਾ ਹੈ। Impossible is coming to possible in the name of the Lord. ਮੈਂ ਕਹਿ ਰਿਹਾ ਬਦਲ ਰਿਹਾ ਹੈ I ਅੱਜ। am saying change. बदल रहा है I'm आज। saying change. बदल रहा है It आज। is changing. बदल रहा है It आज। is changing. सूर्य आए हो। He's touching. सूर्य आए हो। Oh, he is touching. सूर्य आए हो। He is touching. सूर्य आए हो। He is touching. सूर्य आए हो। He is हर touching. बीमारी जा रही है। Every sickness is going out. हालात बदल रहे हैं। Circumstances are changing. बदल रहे हैं हालात। They are changing. बदल रहे हैं। They are changing. बदल रहे हैं। Changing. बदल रहे हैं। And changing. बदल रहे हैं। Changing. बदल रहे हैं। Changing. क्योंकि बाइबल में ऐसा लिखा है It's written like this in the Bible. कि वो अपने चेलों को अलग करके प्रार्थना में रहते थे। He used to separate his disciples and pray. आप मसीह जितना प्रार्थना तो नहीं कर पाएंगे, You cannot pray like Christ. ना उतना आप दुख झेल पाएंगे, Neither you shall suffer that much. लेकिन वचन ऐसा कहता है But this is what the word of God says. मांगो Ask. मांगो Ask.
तो दिया जाएगा। it shall be given. आप तो खामोश बैठा है, You are silent. बाकी सब प्रार्थना कर रहे हैं, All are praying. आप शांति से बैठा है। You are still बीमार भी है तब भी शांति से बैठा है, sick, yet still. बीमारी के नीचे तब भी शांति से बैठा Under है, sickness, yet still. तब भी बोलता नहीं है। Not speaking. कर्जे के नीचे तब भी बोलता नहीं है। Under death, neither speaking. आप फ्री कैसे होंगे? How you will be free? क्योंकि आपके शब्द में पावर है। There is power in your word. बाइबल ऐसा कहता है आपके शब्द में पावर है। Bible says your word has the power. अगर आप पावर को यूज करेंगे, If you yet shall use the power, आप शब्द बोलेंगे, you shall speak the word. आप उसके द्वारा निजात को देखेंगे, You shall see the salvation. आप रिजल्ट देखेंगे You उसके। shall see the result. मैंने कहा आप अपने मुंह का फल खाएंगे, You shall eat the produce fruit of your tongue. आप आगे बढ़ेंगे। You shall go forward. दूसरे लोगों के लिए जमीन सूख सकता है, For others, the field can dry. दूसरे लोगों के लिए उजाड़ आ सकता है, The wilderness can come for others. दूसरे लोगों के लिए अनाज खत्म हो सकता The है, grain can finish off for Gentiles. लेकिन आपके लिए बाइबल में क्या वादा है? What is the promise in the Bible for you? ऐसा समय भी आ सकता है जंगल का राजा भूखा घूम जाए, And if time can come, the king of the jungle shall be hungry. अगर शेर को भोजन ना मिले हो सकता है, And the lion doesn't get its food, it can happen. लेकिन प्रभु को पुकारने वाले लोगों के लिए तो कौवा भी भोजन लेके आता है। But those who call into the name of the Lord, the crow gets the food. जो लोगों के हाथों से खोने का काम करते हैं, अगर आप प्रार्थना करेंगे, And those who snatch from the hands of people, if you pray, प्रार्थना में इतनी शक्ति है, पावर है, prayer carries such immense power. आपसे खोने वाले लोग आपको देने के लिए आएंगे। The ones who snatch from you shall come to deliver to you. ये सब How? चमत्कारी ढंग से हो जाएगा। Supernatural way it shall happen. कितने विश्वास करते हैं कि चमत्कारी ढंग से हमारे साथ होना शुरू हो जाए? How many of you believe divine way it should happen with us? इसे चमत्कार कहते हैं, This is called a miracle. और बाइबल में लिखा है चमत्कार होते हैं, Bible says it's written miracles happen. होते थे It used to happen. और होते रहेंगे। It shall keep on happening. आलोचना अलग बात है। Oh, anybody can criticize. आपको लोग आलोचना से प्रभु के प्रेम से अलग करना चाहते हैं। People want to criticize you and separate you from the love of the Lord. अच्छा, Oh, ਤੁਸੀਂ ਹਰ ਵੀਰਵਾਰ ਜਾਂਦੇ ਹੋ? oh, you go every Thursday. ਕਿੱਥੇ ਜਾਂਦੇ ਹੋ? Where do you go? अच्छा, ਤੁਸੀਂ ਐਤਵਾਰ ਵੀ ਜਾਂਦੇ ਹੋ? Oh, you go on Sunday also. ਕਿੱਥੇ ਜਾਂਦੇ ਹੋ? Where do you go? ਲੈ ਹਜੇ ਤੇਰੀ ਐਨਕ ਤਾਂ ਉਤਰੀ ਨਹੀਂ। Oh, the waters have not come down. ਉਹਨੂੰ ਕੋ ਐਨਕ ਉਤਰੇ ਨਾ ਉਤਰੇ, Oh, my spectacles ਪਰ ਮੇਰੀ ਆਤਮਕ ਅੱਖਾਂ ਖੁੱਲ ਚੁੱਕੀਆਂ ਨੇ ਯਿਸੂ ਦੇ ਨਾਮ ਵਿੱਚ। but my spiritual eyes are open in ਹੁਣ ਮੈਂ ਜਾਣਦਾ ਆ, and I know. ਮੈਂ ਹੁਣ ਜਾਣਦੀ ਆ I know. ਕਿ ਇਸ ਧਰਤੀ ਉੱਤੇ ਪਰਮੇਸ਼ਵਰ ਦੀ ਯੋਜਨਾ ਕੀ ਹੈ। What is the plan of God on this earth? ਮੈਂ ਉਸ ਯੋਜਨਾ ਨੂੰ ਆਪਣੇ ਜੀਵਨ ਦੇ ਉੱਤੇ ਲਾਗੂ ਕਰਦਾ And ਹਾਂ, I apply the plan of God in my ਲਾਗੂ life. ਕਰਦੀ ਹਾਂ, I do apply it. मैं आगे बढ़ रहा हूं। I'm going forward. क्या आप तैयार हैं आज प्रभु की आशीष Are you ready for the blessing? लेने के लिए? To receive the blessing फिर of से God? अपने हाथ को उठाएं, Raise your hands. बोलिए मत आप, Do not speak. सिर्फ आपने ध्यान से सुनना है। You got to listen with attention. इसी साल This year, आपकी तस्वीर बदल जाएगी। your picture shall change. परमेश्वर आपकी तस्वीर को अपने हाथों से बना रहे The हैं। Lord is creating your image with His own hands. कोई भी कोशिश करे आपकी तस्वीर को बगाड़ने की, Anyone who can try to just make your image bad आपकी तस्वीर को खराब करने के लिए, or to distort your picture, अगर आप प्रभु के वचन को मानेंगे, if you shall obey the word of the Lord, इसी साल आपकी तस्वीर अलग, बड़ी और प्रभावशाली बन के बाहर आएगी। this year it shall be fullness and of great stature this very year. आप जैसा जी रहे हैं आप ऐसा नहीं जिएंगे। You won't live the way you are living now.
आप अलग स्थानों पे पहुंच जाएंगे, You shall go in different place. ऐसे स्थान जिसके बारे में आपने सोचा नहीं है। A place you have never even thought of. प्रभु आपके लिए बड़ी योजनाओं को तैयार कर रहे हैं। God is creating great plans for you. आप प्रभु में बने रहें। Be in the Lord. वो योजना आपके जीवन के लिए ही है। This will is for you alone. उदासी कहाँ से आती है? Where does the sadness comes वो from? प्रभु की ओर से नहीं आती, It's not from the Lord. वो शैतान की ओर से आती It है। comes from the Satan. अगर उदासी आपके जीवन में आए, If sadness come in your life, प्रभु के सामने जाएं go to the presence of the Lord. और उसी वाचा के साथ उसे बांध दें, Bind it with the covenant. तोड़ दें उसे यीशु के नाम से। Break its power. मैं आज उसकी पवित्र वेदी से आपके लिए ये घोषणा करता हूं, From this holy altar, I decree for you. आप प्रभु के नाम से आगे बढ़े, जीत पाए और लोगों को प्रभु के पास लेके आए। May in the name of the Lord you go forward, win and bring the souls to the Lord. आपके जीवन में ऐसे चमत्कार होंगे, लोग पूछने आएंगे आपको ये कैसे हो गया। Such miracles shall happen in our people will shall come and तो ask, बताना ये यीशु मसीह के नाम से होता है। do tell it happens in the name of Jesus Christ. कुछ लोगों के बदन से बदबू आती है, There is stench coming from some bodies. उनको बहुत बदबू आती है। There is they smell a lot. यीशु मसीह के नाम से आप आजाद हो रहे हैं। In the name of Jesus Christ you are being delivered. अगर आपके घर से बदबू आती है, If there is a stench coming from your home, वहां से भी आज के बाद बदबू नहीं आएगी। from today now the stench no more shall come from your house. स्वर्गदूत पहुंच चुके हैं आपके घर, परिवार, जीवन में, ताकि वो यहोवा की खुशबू को फैला दे वहां। Angels have reached your home, your life, that they may give the glory of God in your life. बदबू के स्पिरिट यीशु मसीह के नाम से बांध दिए गए हैं। Spirit of stench is hereby bound in the name of वो Jesus. आपके जीवन में कार्य नहीं कर पाएंगे। They won't be able to do its work in your lives. मैं आपको खुशबू से भरे हुए देख रहा हूं। And I see you with flowering smell. जिनके बदनों से बैड स्मेल आती थी वो भी कैंसिल कर दिया गया है। Every bodily bad smell is cancelled. जिन लोगों के मुंह से बदबू आती है, The one who have the stench coming from their mouth, अभी आपके इंटरनल सिस्टम को परमेश्वर के जिंदा नाम से हील किया गया है। in the living name of the Lord, your internal system is healed. आपके पाचन क्रिया हील हो रहा है यीशु मसीह के नाम से। Your digestive system is healed in the name of the Lord Jesus. आप खाएंगे, आपका पाचन क्रिया काम करेगा। You shall eat and your digestive system shall work nicely. आप खाने के बाद परेशान नहीं होंगे You won't be just distressing after और eating. आप इसकी बड़ी गवाही के साथ वापस आएंगे। And you are coming with great जो testimony. ऑनलाइन देख रहे हैं वो हील हो रहे हैं, All watching online are getting healed. हील हो रहे हैं, वो You are getting healed. हील हो रहे हैं, वो They are getting healed. हील हो रहे हैं, They are getting हील healed. Healed. हील Healed. हील Healed. हील हो रहे हैं। Healing there. मैं बता रहा था आपको And I was telling, कि जब आप प्रभु के घर आए, when you came to the house of the Lord, पूरे बल के साथ यहाँ आए come with all of your strength. और वो बल यहाँ प्रार्थना में, धन्यवाद और स्तुति के बीच में उसके ऊपर जोक करें। You got to use their strength in the thanksgiving and in the worship. जब आप पूरे बल से धन्यवाद की प्रार्थना में शामिल हो जाएंगे, When you shall come in fellowship in the thanksgiving with your strength, आप साथ ही में उसके रिजल्ट पाएंगे प्रभु यीशु के नाम से। you shall see the fruit instantly of that. ऐसा मत सोचिए कि आज मेरे ऊपर किसी ने हाथ नहीं रखा। Do not think no one laid hand upon me. परमेश्वर की हजूरी हमारे सबके बीच में है यहाँ। The presence of the mighty God is in the midst of us. अभी पवित्र आत्मा ने आपको टच कर लिया है। Oh, the Holy Ghost has touched you. अगर आप इसके ऊपर विश्वास करें
तो आप इसका फल देखेंगे। If you shall believe, you shall see the fruit of प्रभु it. की एनॉइंटिंग आगे जीवन में काम कर रही The है। anointing of the Lord God is working in your life. मैं आपको बड़ी गवाहियों के साथ जाते हुए आते हुए देख रहा हूं। I see you going and coming back with great testimonies. ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਵੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ ਤੇ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ।